ਹੈਲੋ ਫਰੈਂਡਸ, ਵੈਲਕਮ ਟੂ ਮੈਗਨੀਫੀਸੈਂਟ ਲਰਨਿੰਗ। ਅੱਜ ਆਪਾਂ 2016 ਵਿੱਚ ਪੀਐਸ ਟੈਟ ਦਾ ਜੋ ਐਗਜ਼ਾਮ ਹੋਇਆ ਸੀ, ਪੰਜਾਬੀ ਲੈਂਗੁਏਜ ਦਾ ਵਿਸ਼ਾ 30 ਮਾਰਕਸ ਦਾ ਹੁੰਦਾ ਹੈ। ਉਸਦੇ 2016 ਵਿੱਚ ਪੁੱਛੇ ਗਏ ਪ੍ਰਸ਼ਨਾਂ ਨੂੰ ਹੱਲ ਕਰਾਂਗੇ। ਹੇਠ ਲਿਖੀਆਂ ਕਾਵਿ ਸਤਰਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ। ਪ੍ਰਸ਼ਨ ਨੰਬਰ 31 ਤੋਂ 37 ਤੱਕ। ਕਿੱਥੇ ਗਏ ਉਹ ਦਿਨ, ਰਾਮ ਮੁਹੰਮਦ ਸਿੰਘ ਅੰਥੋਨੀ। ਇਹ ਚਾਰ ਧਰਮਾਂ ਦੀ ਗੱਲ ਕੀਤੀ ਗਈ ਹੈ ਇਸ ਕਵਿਤਾ ਦੇ ਵਿੱਚ। ਰਾਮ, ਮੁਹੰਮਦ, ਸਿੱਖ ਤੇ ਅੰਥੋਨੀ। ਇਹ ਨੇ ਇੱਕੋ ਮਾਂ ਦੇ ਜਾਏ, ਮਾਂ ਨੇ ਪੁੱਤ ਨਹੀਂ ਜੰਮਿਆ ਜਿਹੜਾ, ਇਹਨਾਂ ਦੇ ਵਿੱਚ ਵਿੱਤ ਪਾਏ। ਯਾਨੀ ਕਿ ਇਹਨਾਂ ਚਾਰੋਂ ਹੀ ਧਰਮਾਂ ਦੇ ਲੋਕਾਂ ਨੂੰ ਇੱਕ ਮਾਂ ਨੇ ਹੀ ਜੰਮਿਆ ਹੈਗਾ ਏ। ਕੋਈ ਵੀ ਐਸਾ ਮਾਂ ਦਾ ਪੁੱਤ ਨਹੀਂ ਜੰਮਿਆ ਜਿਹੜਾ ਇਹਨਾਂ ਦੇ ਵਿੱਚ ਫਿੱਕ ਪਾ ਸਕੇ। ਇੱਕ ਫੁਲਵਾੜੀ ਦੇ ਫੁੱਲ ਸਾਰੇ, ਹਰ ਫੁੱਲ ਆਪਣੀ ਮਹਿਕ ਖੰਡਾਏ। ਇਹ ਫੁੱਲ ਹੱਸਦੇ ਵਸਦੇ ਰਸਦੇ, ਕੰਡਿਆਂ ਦੀ ਕੋਈ ਪੇਸ਼ ਨਾ ਜਾਏ। ਬਹੁਤ ਹੀ ਖੂਬਸੂਰਤ ਕਵਿਤਾ ਹੈ ਵੀ ਇਹ ਸਾਰੇ ਹੀ ਇੱਕੋ ਹੀ ਫੁਲਵਾੜੀ ਦੇ ਫੁੱਲ ਨੇ ਜਿਹੜੇ ਕਿ ਆਪਣੀ ਆਪਣੀ ਮਹਿਕ ਨੂੰ ਖਿੰਡਾਉਂਦੇ ਨੇ। ਕੁਝ ਹੱਸਦੇ ਨੇ, ਵਸਦੇ ਨੇ, ਰਸਦੇ ਨੇ, ਠੀਕ ਹੈ, ਕੰਡਿਆਂ ਦੀ ਕੋਈ ਪੇਸ਼ ਨਾ ਜਾਏ। ਹੁਣ ਵੀ ਇਹ ਅਰਦਾਸਾਂ ਕਰਦੀ ਪੁੱਤਰਾਂ ਕੋਲੋਂ ਆਸਾਂ ਕਰਦੀ, ਅਮਨ ਦੀ ਘੁੱਗੀ ਐਸੀ ਉੱਡੇ, ਇਸ ਘੁੱਗੀ ਨੂੰ ਕੋਈ ਮਾਰੇ ਨਾ। ਵੀ ਇਹ ਇੱਕੋ ਹੀ ਆਸ ਕਰਦੀ ਹੈ ਵੀ ਜਿਹੜੇ ਪੁੱਤਰ ਨੇ ਉਹ ਹਮੇਸ਼ਾ ਅਮਨ ਅਤੇ ਸ਼ਾਂਤੀ ਬਣਾਈ ਰੱਖਣ। ਠੀਕ ਹੈ, ਚਾਰੋਂ ਹੀ ਧਰਮਾਂ ਦੇ ਜਿਹੜੇ ਲੋਕ ਨੇ ਉਹ ਸ਼ਾਂਤੀ ਬਣਾਈ ਰੱਖਣ ਅਤੇ ਇਸ ਘੁੱਗੀ ਨੂੰ ਕੋਈ ਵੀ ਮਾਰੇ ਨਾ। ਘੁੱਗ ਵਸਣ ਇਸ ਜਗ ਤੇ ਸਾਰੇ, ਘੁੱਗੀ ਵਰਗੀ ਸਾਰੀ ਦੁਨੀਆ, ਬਾਜਾਂ ਵਰਗਾ ਕੋਈ ਕੋਈ, ਇਹ ਘੁੱਗੀਆਂ ਦਾ ਦੋਸ਼ ਹੈ ਅਸਲਮ। ਤੇ ਜਗ ਤੇ ਕੋਈ ਘੁੱਗੀ ਰੋਈ, ਕੱਲ ਦੁਨੀਆ ਦੀ ਘੁੱਗੀਆਂ ਚਿੜੀਆਂ, ਜੇ ਇਕੱਠੀਆਂ ਹੋ ਜਾਣ ਉਹ ਅਸਲਮ। ਸੁਰਗਾਂ ਤੋਂ ਸੁੰਦਰ ਧਰਤੀ ਤੇ, ਦੁਨੀਆ ਨਵੀਂ ਵਸਾਣ ਉਹ ਅਸਲਮ। ਧਰਤੀ ਉੱਤੇ ਵਸਦਾ ਆਦਮ, ਚੰਨ ਨੂੰ ਜੱਫੀਆਂ ਪਾਉਂਦਾ ਯਾਰਾ, ਫੁੱਲਿਆ ਨਹੀਂ ਸਮਾਉਂਦਾ ਯਾਰਾ। ਧਰਤੀ ਤੇ ਅੰਬਰ ਦਾ ਰਿਸ਼ਤਾ, ਅਸਲਮ ਹੋਇਆ ਕਿੰਨਾ ਨੇੜੇ। ਧਰਤੀ ਉੱਤੇ ਘਰ ਲੋਕਾਂ ਦੇ, ਅੰਬਰਾਂ ਉੱਤੇ ਬਣ ਗਏ ਵਿਹੜੇ। ਇਹ ਸੀ ਕਵਿਤਾ। ਹੁਣ ਆਪਾਂ ਉਪਰੋਕਤ ਕਵਿਤਾ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਨੂੰ ਚੁਣਦੇ ਹਾਂ। ਫਸਟ ਕੁਐਸਚਨ ਹੈਗਾ ਏ, ਘੁੱਗੀ ਕੌਣ ਹੈ? ਘੁੱਗੀ ਕੀ ਹੈ? ਇੱਕ ਚਿੜੀ ਹੈ, ਕਾਂ ਹੈ, ਪੰਛੀ ਹੈ, ਜਾਂ ਉਪਰੋਕਤ ਕੋਈ ਨਹੀਂ। ਤਾਂ ਘੁੱਗੀ ਕੀ ਹੈ? ਇੱਕ ਚਿੜੀ ਹੈ। ਆਪਸ਼ਨ ਬੀ ਬਿਲਕੁਲ ਰਾਈਟ ਹੋ ਜਾਏਗੀ। ਲੋਕਾਂ ਨੇ ਆਪਣੇ ਵਿਹੜੇ ਕਿੱਥੇ ਬਣਾਏ ਹੋਏ ਹਨ? ਲੋਕਾਂ ਨੇ ਆਪਣੇ ਵਿਹੜੇ ਕਿੱਥੇ ਬਣਾਏ ਨੇ? ਚੰਨ 'ਤੇ, ਅੰਬਰ 'ਤੇ, ਧਰਤੀ 'ਤੇ, ਉਪਰੋਕਤ ਸਾਰੇ ਹੀ। ਜਿਵੇਂ ਕਿ ਕਵਿਤਾ ਦੇ ਵਿੱਚ ਆਪਾਂ ਦੇਖ ਸਕਦੇ ਹਾਂ, ਧਰਤੀ ਉੱਤੇ ਘਰ ਲੋਕਾਂ ਦੇ, ਅੰਬਰਾਂ ਉੱਤੇ ਬਣ ਗਏ ਵਿਹੜੇ। ਅੰਬਰਾਂ 'ਤੇ ਕੀ ਬਣ ਗਏ ਨੇ? ਵਿਹੜੇ ਬਣ ਗਏ। ਤਾਂ ਆਪਣੀ ਆਪਸ਼ਨ ਕੀ ਹੋ ਜਾਏਗੀ? ਅੰਬਰਾਂ 'ਤੇ। ਆਪਸ਼ਨ ਸੀ ਬਿਲਕੁਲ ਰਾਈਟ ਹੋ ਜਾਏਗੀ। ਧਰਤੀ ਦਾ ਆਦਮ ਕਿਸ ਨੂੰ ਜੱਫੀਆਂ ਪਾਉਂਦਾ ਹੈ? ਮਿੱਟੀ ਨੂੰ, ਫੁੱਲਾਂ ਨੂੰ, ਚੰਨ ਨੂੰ, ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਹਦਾ ਆਨਸਰ ਹੋ ਜਾਏਗਾ, ਧਰਤੀ ਦਾ ਆਦਮ ਕਿਸ ਨੂੰ ਜੱਫੀਆਂ ਪਾਉਂਦਾ ਹੈ? ਚੰਨ ਨੂੰ ਜੱਫੀਆਂ ਪਾਉਂਦਾ ਯਾਰਾ। ਕਿਸ ਨੂੰ ਜੱਫੀਆਂ ਪਾ ਰਿਹਾ ਹੈ? ਚੰਨ ਨੂੰ। ਤਾਂ ਆਪਸ਼ਨ ਬੀ ਬਿਲਕੁਲ ਰਾਈਟ ਹੋ ਜਾਏਗੀ। ਸਾਰੇ ਹੀ ਕੁਐਸਚਨ ਆਪਾਂ ਕਵਿਤਾ ਦੇ ਵਿੱਚੋਂ, ਸਾਰੇ ਹੀ ਆਨਸਰ ਆਪਾਂ ਕਵਿਤਾ 'ਚੋਂ ਲੱਭਣੇ ਨੇ। ਇਸ ਕਵਿਤਾ ਵਿੱਚ ਕਿਹੜੇ ਪੰਛੀਆਂ ਦਾ ਜ਼ਿਕਰ ਹੈ? ਇਸ ਕਵਿਤਾ ਵਿੱਚ ਬੇਸਿਕਲੀ 3 ਪੰਛੀਆਂ ਦਾ ਜ਼ਿਕਰ ਆਇਆ ਹੈ। ਇੱਕ ਤਾਂ ਹੈ ਜੀ ਘੁੱਗੀ ਦਾ, ਬਾਜ, ਇੱਕ ਹੋਰ ਹੈ ਚਿੜੀ ਦਾ। ਸੋ 3 ਬੇਸਿਕਲੀ ਪੰਛੀਆਂ ਦਾ ਜ਼ਿਕਰ ਆਇਆ ਹੈ, ਬਾਜ, ਘੁੱਗੀ ਅਤੇ ਚਿੜੀ। ਕਵਿਤਾ ਵਿੱਚ ਕਿੰਨੇ ਧਰਮਾਂ ਦੇ ਲੋਕਾਂ ਦੇ ਨਾਂ ਹਨ? ਕਿੰਨੇ ਧਰਮਾਂ ਦੇ ਲੋਕਾਂ ਦੀ ਗੱਲ ਕੀਤੀ ਗਈ ਹੈ ਕਵਿਤਾ ਦੇ ਵਿੱਚ? 5, 2, 4, ਉਪਰੋਕਤ ਸਾਰੇ। ਤਾਂ ਇਸ ਕਵਿਤਾ ਦੇ ਵਿੱਚ 4 ਧਰਮਾਂ ਦੇ ਲੋਕਾਂ ਦੀ ਗੱਲ ਕੀਤੀ ਗਈ ਹੈ। ਉਹ ਕਿਹੜੇ ਕਿਹੜੇ ਧਰਮ ਨੇ? ਕਵਿਤਾ ਦੇ ਸਟਾਰਟਿੰਗ ਦੇ ਵਿੱਚ ਆਪਾਂ ਪੜ੍ਹਿਆ ਸੀਗਾ, ਉਹਨੇ ਰਾਮ, ਮੁਹੰਮਦ, ਸਿੰਘ ਅਤੇ ਅੰਥੋਨੀ। 4 ਧਰਮਾਂ ਦੇ ਲੋਕਾਂ ਦੇ ਨਾਂ ਆਏ ਹਨ। ਕਵਿਤਾ ਵਿੱਚ ਫੁਲਵਾੜੀ ਦੇ ਫੁੱਲ ਕੌਣ ਹਨ? ਕਵਿਤਾ ਦੇ ਵਿੱਚ ਫੁਲਵਾੜੀ ਦੇ ਫੁੱਲ ਕਿਹਨਾਂ ਨੂੰ ਕਿਹਾ ਗਿਆ ਹੈ? ਫੁੱਲ, ਇਨਸਾਨ, ਗੁਲਾਬ, ਉਪਰੋਕਤ ਸਾਰੇ। ਤਾਂ ਫੁਲਵਾੜੀ ਦੇ ਫੁੱਲ ਇਨਸਾਨ ਨੂੰ ਕਿਹਾ ਗਿਆ ਹੈ। ਕਵਿਤਾ ਵਿੱਚ ਇੱਕੋ ਮਾਂ ਨੇ ਹੀ ਕਿੰਨੇ ਧਰਮਾਂ ਦੇ ਲੋਕਾਂ ਨੂੰ ਜਨਮ ਦਿੱਤਾ ਹੈ? 4 ਧਰਮਾਂ ਦੇ ਲੋਕਾਂ ਨੂੰ ਜਨਮ ਦਿੱਤਾ ਹੈ। ਨੈਕਸਟ ਆਪਣੇ ਕੋਲ ਇੱਕ ਪੈਰਾ ਹੈ ਜਿਸ ਨੂੰ ਆਪਾਂ ਨੇ ਧਿਆਨ ਦੇ ਨਾਲ ਪੜ੍ਹਨਾ ਹੈ ਅਤੇ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ।
ਗਿਆਨੀ ਪਾਸ ਕਰਨ ਮਗਰੋਂ ਡਾਕਟਰ ਜੀਤ ਦੇ ਸੰਪਰਕ ਸਦਕਾ ਕਾਲਜ ਖੋਲ੍ਹਣ ਲਈ ਜਗ੍ਹਾ ਮਿਲ ਗਈ। 3-4 ਦਿਨ ਮੈਂ ਤੇ ਜੀਤ ਦੋਵੇਂ ਕਾਲਜ ਜਾ ਕੇ ਬਹਿੰਦੇ ਰਹੇ। 1-2 ਕਿਤਾਬਾਂ ਪੰਜਾਬੀ ਡੁੱਬੋ ਪਹਾੜ ਗੂੰਜ ਤੋਂ ਮਿਲ ਗਈਆਂ। 1-2 ਕਿਤਾਬਾਂ ਕਿੱਥੋਂ ਮਿਲ ਗਈਆਂ? ਪੰਜਾਬੀ ਬੁੱਕ ਡਿਪੂ ਤੋਂ। ਇਹ ਮੇਰੀ ਜ਼ਿੰਦਗੀ ਦਾ ਇੱਕ ਅਨੋਖਾ ਮੋੜ ਸੀ। ਕਦੇ ਸੋਚਿਆ ਵੀ ਨਹੀਂ ਸੀ ਕਿ ਗਿਆਨੀ ਪਾਸ ਕਰਾਂਗਾ ਤੇ ਝੰਬਦੇ ਹੀ ਕਾਲਜ ਖੋਲ੍ਹ ਲਵਾਂਗਾ। ਡਾਕਟਰ ਜੀਤ ਨਾਲ ਸਲਾਹ ਕੀਤੀ ਕਿ ਕਾਲਜ ਚਲਾਉਣਾ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ, ਕਿਉਂਕਿ ਦਿਨ ਨੂੰ ਦਫ਼ਤਰ ਦਾ ਰੁਝੇਵਾਂ ਤੇ ਸ਼ਾਮ ਨੂੰ ਕਾਲਜ ਪੜ੍ਹਾਉਣਾ। ਸੋ ਬੇਸਿਕਲੀ ਜਿਹੜਾ ਡਾਕਟਰ ਜੀਤ ਸਿੰਘ ਸੀਗਾ, ਠੀਕ ਹੈ, ਉਹ ਕੀ ਕਰਦੇ ਸੀ? ਉਹ 2 ਕੰਮ ਕਰਦੇ ਸੀ, ਠੀਕ ਹੈ। ਦਿਨ ਦੇ ਵੇਲੇ ਉਹ ਕੀ ਕਰਦੇ ਸੀ? ਦਫ਼ਤਰ ਜਾਂਦੇ ਸੀ ਤੇ ਸ਼ਾਮ ਨੂੰ ਆ ਕੇ ਕਾਲਜ 'ਚ ਪੜ੍ਹਾਇਆ ਕਰਦੇ ਸੀ। ਇਸ ਕਰਕੇ ਉਹਨਾਂ ਲਈ ਥੋੜ੍ਹਾ ਜਿਹਾ ਡਿਫੀਕਲਟ ਹੋ ਰਿਹਾ ਸੀ ਕਾਲਜ ਨੂੰ ਚਲਾਉਣਾ। ਡੋਰੀਵਾਲਾ ਵਿੱਚ ਹੀ ਮੇਰੇ ਘਰ ਦੇ ਨਾਲ ਇੱਕ ਮਿਲਾਪ ਸਿੰਘ ਸੇਠੀ ਰਹਿੰਦਾ ਸੀ। ਉਸਨੇ ਵੀ ਮੇਰੇ ਨਾਲ ਗਿਆਨੀ ਪਾਸ ਕੀਤੀ ਸੀ। ਮੈਂ ਉਸਨੂੰ ਕਿਹਾ ਕਿ ਮੇਰੇ ਨਾਲ ਸ਼ਾਮਿਲ ਹੋ ਜਾ, ਪਰ ਉਹ ਤਾਂ ਗਊ ਆਦਮੀ, ਭਲਾ ਜਿਹਾ ਰੱਬ ਦਾ ਬੰਦਾ, ਇਸ ਪਾਸੇ ਵੱਲ ਧਿਆਨ ਨਹੀਂ ਦੇ ਰਿਹਾ ਸੀ। ਸੋ ਗਊ ਵਰਗਾ ਬੰਦਾ ਕਿਹਨੂੰ ਕਿਹਾ ਗਿਆ ਹੈ? ਮਿਲਾਪ ਸਿੰਘ ਸੇਠੀ ਨੂੰ। ਨਿੱਕਾ ਤਾਂ ਪੁਲਿਸ ਵਿੱਚ ਹੈ, ਵੱਡਾ CPW ਵਿੱਚ ਕਲਰਕ ਹੈ। 2 ਭਰਾਵਾਂ ਦੀ ਗੱਲ ਕੀਤੀ ਗਈ ਹੈ ਇਸ ਪੈਰੇ ਦੇ ਵਿੱਚ, ਠੀਕ ਹੈ। 2 ਭਰਾਵਾਂ ਦੀ ਗੱਲ ਕੀਤੀ ਗਈ ਹੈ। ਜਿਹੜਾ ਨਿੱਕਾ ਹੈਗਾ ਉਹ ਪੁਲਿਸ ਦੇ ਵਿੱਚ ਹੈ ਤੇ ਵੱਡਾ ਜਿਹੜਾ CPWD ਵਿੱਚ ਕਲਰਕ ਹੈ। ਸਵੇਰੇ 8 ਵਜੇ ਜਾਂਦਾ ਹੈ ਤੇ 2 ਵਜੇ ਘਰ ਆ ਜਾਂਦਾ ਹੈ ਤੇ ਨਾਲ ਉਹ ਇਸ ਮਾਮਲੇ ਵਿੱਚ ਠੀਕ ਵੀ ਰਹੇਗਾ। ਮੈਂ ਉਸਨੂੰ ਜਾਣਦਾ ਨਹੀਂ ਸਾਂ। ਮਿਲਾਪ ਸਿੰਘ ਨੇ ਕਿਹਾ, ਮੈਂ ਸ਼ਾਮ ਨੂੰ ਮਿਲਾ ਦਿਆਂਗਾ। 6 ਕੁ ਵਜੇ ਸ਼ਾਮ ਨੂੰ ਇੱਕ ਲੰਮਾ ਮੜੂਆ ਜਿਹਾ 35 ਕੁ ਸਾਲਾਂ ਦਾ ਬੰਦਾ ਹੱਥ ਵਿੱਚ ਪੁਰਾਣਾ ਜਿਹਾ ਥੈਲਾ ਫੜੀ, ਜਿਸ ਵਿੱਚ ਕਿਤਾਬਾਂ ਸਨ, ਟੇਢੀ ਧੌਣ ਕਰਕੇ ਗਲੀ 'ਚੋਂ ਲੰਘਦਾ ਜਾ ਰਿਹਾ ਸੀ ਕਿ ਮਿਲਾਪ ਸਿੰਘ ਨੇ ਉਸਨੂੰ ਹਾਕ ਮਾਰ ਲਈ ਤੇ ਫਿਰ ਮੈਨੂੰ ਵੀ ਬੁਲਾ ਕੇ ਮੁਲਾਕਾਤ ਕਰਾਈ। ਮਿਲਾਪ ਸਿੰਘ ਨੇ ਉਸਨੂੰ ਮੇਰਾ ਇਰਾਦਾ ਦੱਸਿਆ। ਪਹਿਲਾਂ ਤਾਂ ਉਸਨੇ ਨਾਂਹ ਨਮੁੱਕਰ ਕੀਤੀ, ਫਿਰ ਕਹਿਣ ਲੱਗਾ, ਅੱਛਾ, ਕੱਲ੍ਹ ਆਵਾਂਗਾ। ਦੂਜੇ ਦਿਨ ਸ਼ਾਮ ਨੂੰ ਉਹ ਬੰਦਾ ਕਾਲਜ ਪਹੁੰਚ ਗਿਆ। ਡਾਕਟਰ ਜੀਤ ਤੇ ਮੈਂ ਉਸਨੂੰ ਬਿਠਾਇਆ। ਹੁਣ ਆਪਾਂ ਪੂਰਾ ਪੈਰਾ ਪੜ੍ਹ ਚੁੱਕੇ ਹਾਂ। ਹੁਣ ਕੁਐਸਚਨ ਦੇ ਆਨਸਰ ਦੇਣੇ ਆ। ਗਊ ਸ਼ਬਦ ਕਿਸ ਆਦਮੀ ਲਈ ਵਰਤਿਆ ਗਿਆ ਹੈ? ਤਾਂ ਗਊ ਸ਼ਬਦ ਕਿਸ ਆਦਮੀ ਲਈ ਵਰਤਿਆ ਗਿਆ ਹੈ? ਮਿਲਾਪ ਸਿੰਘ ਸੇਠੀ ਦੇ ਲਈ। ਇੱਥੇ ਮਿਲਾਪ ਸਿੰਘ ਸੇਠੀ ਆਉਣਾ ਸੀ, ਲਈ ਲਿਖਿਆ ਹੋਇਆ ਹੈ, ਠੀਕ ਹੈ। ਲੇਖਕ ਕੀ ਕੰਮ ਕਰਦਾ ਸੀ? ਦਫ਼ਤਰ ਦੀ ਨੌਕਰੀ, ਕਾਲਜ ਵਿੱਚ ਪੜ੍ਹਾਉਣ ਦਾ ਕੰਮ। ਤਾਂ ਉਹ ਦੋਵੇਂ ਹੀ ਕੰਮ ਕਰਦਾ ਸੀ। ਦਫ਼ਤਰ ਦੀ ਨੌਕਰੀ ਵੀ ਕਰਦਾ ਸੀ ਤੇ ਕਾਲਜ ਵਿੱਚ ਪੜ੍ਹਾਉਣ ਦਾ ਕੰਮ ਵੀ ਕਰਦਾ ਸੀ। ਮਿਲਾਪ ਸਿੰਘ ਸੇਠੀ ਕਿੰਨਾ ਪੜ੍ਹਿਆ ਹੋਇਆ ਸੀ? ਮਿਲਾਪ ਸਿੰਘ ਸੇਠੀ ਨੇ ਗਿਆਨੀ ਪਾਸ ਕੀਤੀ ਹੋਈ ਸੀ। ਪੈਰੇ ਵਿੱਚ ਕੁੱਲ ਕਿੰਨੇ ਭਰਾਵਾਂ ਦਾ ਜ਼ਿਕਰ ਆਇਆ ਹੈ? 2 ਭਰਾਵਾਂ ਦਾ। ਪੈਰੇ ਵਿੱਚ ਕੁੱਲ 2 ਭਰਾਵਾਂ ਦਾ ਜ਼ਿਕਰ ਆਇਆ ਹੈ। ਲੇਖਕ ਨੇ ਕਾਲਜ ਕਦੋਂ ਖੋਲ੍ਹਿਆ ਸੀਗਾ? ਤਾਂ ਲੇਖਕ ਨੇ ਕਾਲਜ ਗਿਆਨੀ ਪਾਸ ਕਰਨ ਤੋਂ ਬਾਅਦ ਖੋਲ੍ਹਿਆ ਸੀ। ਪੈਰੇ ਵਿੱਚ ਵੱਡਾ ਭਰਾ ਕੀ ਕੰਮ ਕਰਦਾ ਸੀ? ਉਹ ਕੀ ਕੰਮ ਕਰਦਾ ਸੀ? CPW ਵਿੱਚ ਕਲਰਕ ਸੀ। ਇਸ ਪੈਰੇ ਵਿੱਚ ਲੇਖਕ ਦਾ ਸਲਾਹਕਾਰ ਕੌਣ ਹੈ? ਸਲਾਹਕਾਰ ਕੌਣ ਸੀ? ਡਾਕਟਰ ਜੀਤ ਸਿੰਘ। ਬੱਚਿਆਂ ਦੀ ਮੌਖਿਕ ਪ੍ਰਗਟਾਓ ਨਾਪਣ ਦਾ ਸਭ ਤੋਂ ਚੰਗਾ ਤਰੀਕਾ ਹੈ ਪਾਠ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਸੁਣਨਾ, ਪਾਠ ਪੁਸਤਕਾਂ ਦੇ ਵੱਖਰੇ ਪਾਠ ਪੜ੍ਹਵਾਉਣਾ, ਕਿਸੇ ਅੱਖੀ ਦੇਖੀ ਘਟਨਾ ਦਾ ਵਰਣਨ ਕਰਨਾ, ਪਾਠ ਵਿੱਚ ਆਏ ਕਠਿਨ ਸ਼ਬਦਾਂ ਦਾ ਉਚਾਰਨ ਕਰਵਾਉਣਾ। ਤਾਂ ਰਾਈਟ ਆਪਸ਼ਨ ਹੋ ਜਾਏਗੀ C, ਕਿਸੇ ਅੱਖੀ ਦੇਖੀ ਘਟਨਾ ਦਾ ਵਰਣਨ ਕਰਨਾ। ਜਦੋਂ ਬੱਚਾ ਅੱਖੀ ਦੇਖੀ ਘਟਨਾ ਦਾ ਵਰਣਨ ਹੋਏਗਾ ਤਾਂ ਉਹਦਾ ਮੌਖਿਕ ਪ੍ਰਗਟਾਓ ਹੋਏਗਾ, ਠੀਕ ਹੈ। ਸੁਣਨ ਤੇ ਲਿਖਣ ਦੀ ਯੋਗਤਾ ਪਰਖਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਵਿਤਾ ਸੁਣਾਉਣਾ ਤੇ ਸ਼ਬਦ ਲਿਖਣਾ। ਕਵਿਤਾ ਸੁਣਾਉਣਾ ਤੇ ਸ਼ਬਦ ਲਿਖਣਾ, ਕਵਿਤਾ ਸੁਣ ਕੇ ਪ੍ਰਸ਼ਨਾਂ ਦੇ ਉੱਤਰ ਲਿਖਣਾ, ਸੁਣੀ ਗਈ ਕਹਾਣੀ ਆਪਣੇ ਸ਼ਬਦਾਂ ਵਿੱਚ ਲਿਖਣਾ, ਸੁਣੀ ਗਈ ਕਹਾਣੀ ਦੇ ਸ਼ਬਦ ਲਿਖਣਾ। ਤਾਂ ਆਪਸ਼ਨ C ਆਪਣੇ ਕੋਲ ਰਾਈਟ ਹੋ ਜਾਏਗਾ। ਸੁਣੀ ਗਈ ਕਹਾਣੀ ਆਪਣੇ ਸ਼ਬਦਾਂ ਵਿੱਚ ਲਿਖਣ ਦੇ ਲਈ ਕਹਿਣਾ, ਕਿਉਂਕਿ ਬੱਚਾ ਜਦੋਂ ਸੁਣੇਗਾ ਤਾਂ ਉਹਦੀ ਸੁਣਨ ਦੀ ਜਿਹੜੀ ਯੋਗਤਾ ਹੈ ਉਹ ਪਰਖ ਦੇ ਵਿੱਚ ਆਏਗੀ ਤੇ ਲਿਖਣ ਦੀ ਯੋਗਤਾ ਵੀ ਪਰਖਣ ਦੇ ਵਿੱਚ ਆਏਗੀ। ਤਾਂ ਆਪਸ਼ਨ C ਰਾਈਟ ਹੋ ਜਾਏਗਾ। ਬਾਲ ਸਾਹਿਤ ਦਾ ਉਦੇਸ਼ ਹੈ। ਬਾਲ ਸਾਹਿਤ ਦਾ ਕੀ ਉਦੇਸ਼ ਹੁੰਦਾ ਹੈ? ਬੱਚਿਆਂ ਨੂੰ ਕਿਤਾਬਾਂ ਵਿੱਚ ਉਲਝਾਏ ਰੱਖਣਾ। ਬਿਲਕੁਲ ਗਲਤ ਹੈ, ਇਹ ਬਾਲ ਸਾਹਿਤ ਦਾ ਉਦੇਸ਼ ਨਹੀਂ ਹੈ। ਬੱਚਿਆਂ ਨੂੰ ਕਿਤਾਬਾਂ ਸੰਭਾਲਣਾ ਸਿਖਾਉਣਾ,
ये भी बिल्कुल गलत है। बच्चों को भाषा का बहुत सारा अनुभव देना, बच्चों को कहानियाँ द्वारा नैतिक सिक्ख्या देना, ये बिल्कुल राइट ऑप्शन है। बच्चों को कहानियाँ द्वारा नैतिक सिक्ख्या देना बाल साहित्य का प्रमुख उद्देश्य है। चॉम्स्की के अनुसार बच्चे चौगिरदे विच उपलब्ध भाषा के आधार पर नियम बनाते हैं। बच्चे चौगिरदे विच उपलब्ध भाषा अपनाते हैं, बच्चे चौगिरदे विच उपलब्ध भाषा का उल्लंघन करते हैं, या फिर बच्चे परिवेश विच उपलब्ध भाषा को असहजता नाल अपनाते हैं। तो ऑप्शन ए अपने को राइट हो जाएगी। बच्चे चौगिरदे विच उपलब्ध भाषा के आधार पर नियम बनाते हैं। सार्थक पढ़ते समय कदी कदी वाਕਾਂ शब्दों को दोहराता है, उसका भाषा नाल वर्ताव दसदा है। वह अटक अटक के पढ़ सकता है, वह पढ़ने विच वध समा लैंदा है, वह समझ के पढ़न की कोशिश करता है, उसनूं वड्डे शब्द पढ़न विच कठिनाई आउंदी है। तो अपने कोल ऑप्शन सी बिल्कुल राइट हो जाएगी, वह समझ के पढ़न की कोशिश करता है। भाषा विच जाचण का उद्देश्य नहीं है। बच्चों की भलाई गलतियों की ही पछाण करना, जिहड़ा उद्देश्य नहीं है वह आपां ने दसना है। उद्देश्य नहीं है। बच्चों के भाषाई विकास माता पिता ते होर अध्यापकों को दसना। भाषा सीखण के संदर्भ विच हर बच्चे की खास जरूरत की पहचान करना। सो ऑप्शन ए अपने कोल भाषा विच जांचण का उद्देश्य नहीं है। प्राथमिक स्तर ते कहानी पढ़ाउंदे समय तुसीं किहड़ी विधि नूं सब तो उचित मनदे हो? ऑडियो कैसेट ते कहानी सुनाउणा, अध्यापक द्वारा हाव भाव नाल कहानी सुनाउणा, अध्यापक द्वारा पाठ पुस्तक तो कहानी पढ़ना, बच्चों को चुपचाप पढ़न लई कहना। तो अपने कोल ऑप्शन बी बिल्कुल राइट हो जाएगी, क्योंकि अध्यापक जिहड़ा हैगा हाव भाव दे नाल बच्चों को कहानी सुनाए। इस दे नाल की होएगा, बच्चों दे विच कहानी प्रति जिहड़ी है रुचि पैदा हो जाएगी। सारे बच्चे छोटी उम्र विच एक तो वध भाषावां सीख सकते हैं, उन्होंने किहड़ी जरूरी शर्त है? तो ऑप्शन सी बिल्कुल राइट हो जाएगी। बच्चों को भाषावां का अमीर चौगिरदा दिता जाए। बच्चों को अगर भाषावां का आपां उमें आला दुआला ही देवांगे तो वो लैंगुएज नूं बहुत जल्दी सीख जाएंगे। प्राथमिक स्तर ते भाषा सिखाउण का सब तो महत्वपूर्ण उद्देश्य है घर की ते स्कूल की भाषा विच आपसी संबंध बनाउणा, अखरां नूं जोड़ जोड़ के पढ़न की योग्यता, भाषा की नेमबद्ध प्रकृति पछाणना, भाषा के व्याकरण के अधिकार प्राप्त करना। तो अपने कोल ऑप्शन ए बिल्कुल राइट हो जाएगी। घर की ते स्कूल की भाषा विच आपसी संबंध बनाउणा। प्राथमिक स्तर ते वधिया लिखत काम की उदाहरण है। वधिया लिखत काम की उदाहरण की है? अगर आपने लिखती काम देने, छुट्टियां किवें मनाइयां जांदियां हन इसते पैरा लिखो, मेरे सुपनिਆਂ ਦਾ ਭਾਰਤ विषय ते पैरा लिखना, पाठ पुस्तक विचले कठिन शब्दों का उल्लेख, किसी अखी डिठी घटना का लिखित वर्णन करना। तो अपने कोल ऑप्शन डी बिल्कुल राइट हो जाएगी, किसी अखी डिठी घटना का वर्णन करना। बच्चों की मौलिकता ते सहज रचना शक्ति को सामने लियाउण दा अध्यापक का यतन भाषा सिक्ख्या की डैश होंदी है। पहल। बच्चों की मौलिकता ते सहज रचना शक्ति को सामने लियाउण दा अध्यापक का यतन भाषा सिक्ख्या की पहल होंदी है। गांधी जी अपने काम आप करते सी। हेठ लिखी दिती गई सूची विच लिखो कि तुसी अपने घर विच किहड़े किहड़े काम कर सकते हो। जमात 4 के बच्चों लिए इस सवाल का उद्देश्य है कि वह पाठ के आधार पर अपने काम की सूची तैयार करन, सवाल का जवाब देने समय आप मूल्यांकन कर, वह पाठ को अपने रोजाना अनुभवों नाल जोड़ना। ऑप्शन सी। लिखना एक मशीनी कौशल नहीं है। इसका अर्थ है कि प्राथमिक स्तर पर बच्चों के अखरां वाल बिल्कुल ध्यान ना दिओ, बच्चों को लिखण लई ना कहो, बच्चों के लिखत प्रगटाओ ते ध्यान देवे। बच्चे किस तरीके दे नाल लिख रहे हैं, उन्हां दा जिहड़ा लिखण दा तरीका है बिल्कुल सही होना चाहिए। भाषा का महत्वपूर्ण काम है वर्णमाला, अखर ज्ञान या बोलचाल की कला। लिखाई तो सब तो इंपॉर्टेंट काम है बोलचाल की कला सिखाना। ये सन अपने क्वेश्चन।
ਇਹ ਸੀਗੇ ਪ੍ਰੀਵੀਅਸ ਈਅਰ ਪੇਪਰ PS ਟੈਟ ਦਾ 2016 ਦਾ। ਨੈਕਸਟ ਵੀਡੀਓ ਦੇ ਵਿੱਚ ਆਪਾਂ ਨੈਕਸਟ ਪ੍ਰੀਵੀਅਸ ਈਅਰ ਪੇਪਰ ਕਰਾਂਗੇ। ਥੈਂਕਸ ਫॉर ਵਾਚਿੰਗ ਐਂਡ ਵੀਡੀਓ ਹੈਲਪਫੁਲ ਲੱਗੀ ਹੋਏ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ।